ਸਤਿ ਸ਼੍ਰੀ ਅਕਾਲ ਜੀ। ਮੈਂ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਅੱਜ ਫਿਰ ਅਸੀਂ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਭਿੰਡਰ ਸਾਹਿਬ। MP ਸਿੰਘ ਜੀ, ਇਲੈਕਸ਼ਨ ਦਾ ਦੌਰ ਚੱਲ ਰਿਹਾ ਜੀ ਪੰਜਾਬ ਦੇ ਵਿੱਚ। ਸਾਰੀਆਂ ਮਿਊਨਿਸਪਲ ਕਮੇਟੀਆਂ, ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋ ਚੁੱਕੀਆਂ ਤੇ ਨਤੀਜੇ ਵੀ ਸਾਰੇ ਦੇ ਸਾਰੇ ਸਾਹਮਣੇ ਆ ਚੁੱਕੇ ਆ। ਤੇ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਹੁੰਜਾ ਫੇਰੂ ਜਿੱਤ ਪ੍ਰਾਪਤ ਕਰ ਲਈ ਹੈ ਜੀ। ਸਾਰੇ ਦੇ ਸਾਰੇ ਜਿਹੜੇ ਆ ਨਤੀਜੇ ਸਾਹਮਣੇ ਆ ਚੁੱਕੇ ਆ। ਕੀ ਤੁਸੀਂ ਟਿੱਪਣੀ ਕਰਦੇ ਹੋ? ਕੀ ਤੁਹਾਡੇ ਵਿਚਾਰ ਹੈ? ਕਿੱਦਾਂ ਇਹ ਦੇਖੋ, ਮੈਂ ਇਸ ਟੌਪਿਕ ਤੇ ਪਹਿਲਾਂ ਵੀ ਇੱਕ ਵਾਰੀ ਇੱਕ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਬੈਠ ਕੇ ਇਹ ਕਹਿ ਚੁੱਕਾ ਕਿ ਜਿਹੜੀ ਸਰਕਾਰ ਜਿਸ ਪਾਰਟੀ ਦੀ ਹੋਵੇ, ਯਾਨੀ ਰਾਜ ਪੱਧਰ ਤੇ, ਸਟੇਟ ਪੱਧਰ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਦੀ ਹੈਗੀ ਆ, ਤੇ ਕੁਦਰਤੀ ਆ ਕਿ ਉਸ ਤੋਂ ਥੱਲੇ ਪੰਚਾਇਤਾਂ ਦੀਆਂ ਚੋਣਾਂ, ਨਗਰ ਪੰਚਾਇਤਾਂ ਦੀਆਂ ਚੋਣਾਂ, ਨਗਰ ਕੌਂਸਲਾਂ ਦੀਆਂ, ਨਗਰ ਪਰਿਸ਼ਦ ਦੀਆਂ ਜਾਂ ਬਲਾਕ ਸਮਿਤੀ ਦੀਆਂ, ਜ਼ਿਲ੍ਹਾ ਪਰਿਸ਼ਦ ਦੀਆਂ ਜਿਹੜੀਆਂ ਵੀ ਚੋਣਾਂ ਹੋਣੀਆਂ ਹੁੰਦੀਆਂ, ਉਹਦੇ ਤੇ ਰਾਜ ਕਰਦੀ ਪਾਰਟੀ ਦਾ ਪ੍ਰਭਾਵ ਹੁੰਦਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਇਲੈਕਸ਼ਨ ਨੂੰ ਜਿੱਤਣਾ ਚਾਹੁੰਦੀਆਂ। ਬਿਲਕੁਲ, ਠੀਕ ਹੈ ਜੀ। ਉਂਝ ਮੇਰੇ ਵੇਹੇ ਵੱਖਰੇ ਵਿਚਾਰ ਆ। ਮੈਂ ਇੱਕ ਪ੍ਰੋਗਰਾਮ 'ਚ ਇਸ ਤੋਂ ਪਹਿਲਾਂ ਵੀ ਲਖਵਿੰਦਰ ਕੌਸ਼ਿਕ ਨਾਲ ਬੈਠ ਕੇ ਗੱਲ ਕਹੀ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੋਵੇ ਉਹ ਆਪ ਨੋਮੀਨੇਟ ਕਰ ਲਵੇ ਜਾਂ ਪਿੰਡਾਂ ਦੇ ਲੋਕ ਆਪਦੀਆਂ ਕਮੇਟੀਆਂ ਬਣਾ ਲੈਣ ਤੇ ਪਿੰਡਾਂ ਦੇ ਵਿਕਾਸ ਲਈ, ਛੋਟੇ ਕਸਬਿਆਂ ਦੇ, ਸ਼ਹਿਰਾਂ ਦੇ ਵਿਕਾਸ ਲਈ ਉਹ ਕੰਮ ਕੀਤਾ ਜਾ ਸਕਦਾ ਬਿਨਾਂ ਵੋਟਾਂ ਪਾਉਣ ਤੋਂ। ਉਹੀ ਜਿਹੜਾ ਕਰੋੜਾਂ ਰੁਪਇਆ ਜਿਹੜਾ ਇਲੈਕਸ਼ਨਾਂ ਦੇ ਖਰਚਾ ਹੁੰਦਾ ਉਹ ਵਿਕਾਸ ਤੇ ਲਾਇਆ ਜਾਂਦਾ। ਹਾਂਜੀ, ਇਲੈਕਸ਼ਨ ਪ੍ਰੋਸੈਸ ਤੇ ਕਰੋੜਾਂ ਰੁਪਈਆ ਲੱਗਦਾ, ਬਹੁਤ ਸਾਰੀ ਮੈਨ ਪਾਵਰ ਲੱਗਦੀ ਹੈ, ਦੁਸ਼ਮਣੀਆਂ ਸੇੜ ਹੁੰਦੀਆਂ, ਔਰ 4-4 5-5 ਸਾਲ ਅਦਾਲਤਾਂ ਦੇ ਵਿੱਚ ਧੱਕੇ ਵੀ ਖਾਣੇ ਪੈਂਦੇ, ਕੇਸ ਹੁੰਦੇ, ਲੋਕੀ ਥਾਣੇ ਵੀ ਹੁੰਦੇ ਆ, ਕੇਸੋ ਕੇਸੀ ਵੀ ਹੁੰਦੇ ਆ, ਔਰ ਇਹ ਸਾਰੇ ਕੁਝ ਤੋਂ ਬਚਾਅ ਕੀਤਾ ਜਾ ਸਕਦਾ। ਕਾਂਗਰਸ ਦੀ ਮੌਜੂਦਾ ਇਲੈਕਸ਼ਨ ਦੇ ਵਿੱਚ ਹੁੰਜਾ ਫੇਰ ਜਿੱਤ ਦੇ ਕਾਰਨ ਜਿਹੜੇ ਆ ਉਹ ਇੱਕ ਨਹੀਂ ਆ। ਪਹਿਲਾ ਕਾਰਨ ਤਾਂ ਉਹਦਾ ਇਹ ਹੈ ਕਿ ਰਾਜ ਕਰਦੀ ਪਾਰਟੀ ਦਾ ਦਬਦਬਾ ਹੈਗਾ। ਇੱਕ ਗੱਲ ਇਮਾਨਦਾਰੀ ਨਾਲ ਕਾਂਗਰਸ ਪ੍ਰਧਾਨ ਜਿਹੜੇ ਸੁਨੀਲ ਜਾਖੜ ਮੰਨ ਚੁੱਕੇ ਆ, ਕਹਿ ਚੁੱਕਿਆ ਕਿ ਅਸੀਂ ਕੋਈ ਬਹੁਤਾ ਕੰਮ ਨਹੀਂ ਕਰ ਸਕੇ, ਪਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ। ਮੈਂ ਤੁਹਾਨੂੰ ਕੁਐਸਚਨ ਇਹੀ ਕਰਨਾ ਚਾਹੁੰਦਾ ਸੀ ਕਿ ਜਿੱਤ ਦਾ ਕਾਰਨ ਕੀ ਤੁਸੀਂ ਸੋਚਦੇ ਹੋ? ਵਿਕਾਸ ਆ ਜਾਂ ਲੋਕਾਂ ਦੀ ਮਾਨਸਿਕਤਾ ਜਾਂ ਲੋਕਾਂ ਦਾ ਰੁਝਾਨ ਆ? ਤੁਸੀਂ ਕੀ ਕਹਿ ਸਕਦੇ ਹੋ? ਦੇਖੋ, ਮੈਂ ਉਹੀ ਗੱਲ ਕੀਤੀ ਨਾ ਜੀ, ਕਾਂਗਰਸ ਪ੍ਰਧਾਨ ਖੁਦ ਕਹਿ ਚੁੱਕੇ ਆ ਕਿ ਅਸੀਂ ਕੋਈ ਬਹੁਤਾ ਕੰਮ ਨਹੀਂ ਕਰ ਸਕੇ। ਠੀਕ ਹੈ ਜੀ। ਕਿਹੜਾ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਵੀ ਪਤਾ, ਸਾਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ। ਜਿਹੜੇ ਵਾਅਦੇ ਉਹਨਾਂ ਨੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸੀ, ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜਾਂ ਹੋਰ ਵਾਅਦੇ ਕੀਤੇ ਸੀਗੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਆਂਗੇ, ਅਸੀਂ ਜਿਹੜੇ ਹੈਗੇ ਆ ਇੰਨੀਆਂ ਨੌਕਰੀਆਂ ਬੇਰੁਜ਼ਗਾਰਾਂ ਨੂੰ ਦੇਵਾਂਗੇ, ਅਸੀਂ ਸਿੱਖਿਆ ਦਾ ਮਿਆਰ ਉੱਚਾ ਕਰ ਦਿਆਂਗੇ, ਅਸੀਂ ਮੈਡੀਕਲ ਸਹੂਲਤਾਂ ਦਾ ਮਿਆਰ ਉੱਚਾ ਕਰ ਦਿਆਂਗੇ, ਅਸੀਂ ਸਮਾਰਟਫੋਨ ਦੇ ਦਿਆਂਗੇ ਸਟੂਡੈਂਟਸ ਨੂੰ। ਬਹੁਤ ਸਾਰੇ ਬੇਸ਼ੁਮਾਰ ਵਾਅਦੇ ਕੀਤੇ ਗਏ ਸੀ। ਉਹਨਾਂ 'ਚ 2 ਵਾਅਦੇ ਹੋਰ ਵੀ ਸ਼ਾਮਲ ਸੀ। ਇੱਕ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਜਾਊਗਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੇ ਉੱਤੇ ਹੱਥ ਰੱਖ ਕੇ ਕਿਹਾ ਸੀਗਾ ਕਿ ਮੈਂ ਆਉਣ ਵਾਲੇ 4 ਹਫ਼ਤਿਆਂ ਦੇ ਵਿੱਚ ਨਸ਼ਾ ਪੰਜਾਬ 'ਚੋਂ ਖਤਮ ਕਰ ਦੂੰਗਾ। ਨਸ਼ੇ ਦਾ ਜਿਹੜਾ ਇਹ ਬਣਿਆ ਹੈ, ਕਲਿੱਕ ਬਣਿਆ ਹੈ ਨਸ਼ਾ ਵੇਚਣ ਵਾਲਿਆਂ ਦਾ, ਵਪਾਰੀਆਂ ਦਾ, ਮੈਂ ਉਹਨਾਂ ਦਾ ਲੱਕ ਤੋੜ ਦੂੰਗਾ। ਉਹ ਨਹੀਂ ਹੋਇਆ ਉਹਨਾਂ ਕੋਲ। ਠੀਕ ਹੈ ਜੀ। ਦੂਜਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਹ ਰੇਤ, ਬਜਰੀ, ਕੇਬਲ ਦਾ ਸਾਰਾ ਮਾਫੀਆ ਹੈਗਾ, ਇਹ ਵੀ ਮੈਂ ਬਰਦਾਸ਼ਤ ਨਹੀਂ ਕਰੂੰਗਾ। ਇਹਦੇ ਨਾਲ ਨਾਲ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਸੀ, ਉਹ ਸੀਗੀ ਕਿ ਇਲੈਕਸ਼ਨ ਤੋਂ ਥੋੜਾ ਚਿਰ ਪਹਿਲਾਂ, 2 ਸਾਲ ਪਹਿਲਾਂ ਕਹਿ ਲਓ, ਇੱਕ ਚੱਲਿਆ ਸੀ ਜੀ ਵੀ ਪੰਜਾਬ ਦੇ ਵਿੱਚ ਬੇਅਦਬੀ ਕਾਂਡ ਹੋਇਆ। ਬੇਅਦਬੀ ਕਾਂਡ ਹੋਇਆ ਔਰ ਉਸ ਬੇਅਦਬੀ ਕਾਂਡ ਦੇ ਵਿੱਚ ਬਹੁਤ ਸਾਰਾ ਇੱਕ ਲੋਕਾਂ ਦਾ ਜਜ਼ਬਾਤ ਜੁੜੇ ਹੋਏ ਆ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਗੁਟਕਾ ਸਾਹਿਬ ਦੀ ਬੇਅਦਬੀ ਕਰਦਾ, ਰਾਮਾਇਣ ਦੀ ਬੇਅਦਬੀ ਕਰਦਾ ਜਾਂ ਹੋਰ ਧਾਰਮਿਕ ਗ੍ਰੰਥ ਜਿਹੜੇ ਆ ਉਹਨਾਂ ਦੇ ਨਾਲ ਕੋਈ ਛੇੜਛਾੜ ਕਰਦਾ ਤੇ ਸਾਡੇ ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ ਆ। ਉਸ ਬੇਅਦਬੀ ਕਾਂਡ ਦੇ ਵਿੱਚ ਜਿਹੜੇ ਲੋਕ ਇਨਸਾਫ ਮੰਗਦੇ ਸੀਗੇ ਉਹਨਾਂ ਤੇ ਗੋਲੀ ਚਲਾਤੀ ਗਈ ਸੀ ਤੇ 2 ਮੁੰਡੇ ਜੰਗ ਜਿਹੜੇ ਸੀ ਉਹ ਮਾਰੇ ਗਏ ਸੀ। ਇਹ ਪਹਿਲੀ ਸਰਕਾਰ ਦੇ ਸਮੇਂ ਦੌਰਾਨ ਹੋਇਆ ਸੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਵੇਲੇ
ਥਾਂ ਥਾਂ ਤੇ ਜਾ ਕੇ ਕਿਹਾ ਸੀਗਾ ਕਿ ਮੈਂ ਇਨਸਾਫ ਦਿਵਾਉਂ, ਹਿੱਕ ਠੋਕ ਕੇ ਕਹਿੰਦੇ ਸੀ ਕਿ ਮੈਂ ਇਨਸਾਫ ਦਿਵਾਉਂ ਪੰਜਾਬ ਦੇ ਲੋਕਾਂ ਨੂੰ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਮਾਣ ਸਤਿਕਾਰ ਘਟਾਵੇ, ਮਾਨ ਸਨਮਾਨ ਜਿਹੜਾ ਘਟਾਵੇ, ਇਹ ਵਧਣਾ ਚਾਹੀਦਾ। ਜਿਹੜੀ ਬੇਅਦਬੀ ਹੋਈ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਬੇਅਦਬੀਆਂ ਤੋਂ ਬਾਅਦ ਵੀ ਹੁੰਦੀਆਂ ਰਹੀਆਂ। ਬਿਲਕੁਲ ਜੀ, ਬਿਲਕੁਲ। ਸੋ ਮਤਲਬ ਕਾਂਗਰਸ ਪਾਰਟੀ ਨੂੰ ਖੁਦ ਨੂੰ ਪਤਾ ਕਿ ਅਸੀਂ ਕੀ ਕੀਤਾ ਕੀ ਨਹੀਂ ਕੀਤਾ। ਬਿਲਕੁਲ ਜੀ। ਇਹਦੇ ਬਾਵਜੂਦ ਜਿੱਤ ਗਏ। ਹੁਣ ਜਿੱਤਣ ਦਾ ਇੱਕ ਕਾਰਨ ਤਾਂ ਇਹ ਹੈ ਕਿ ਦੂਸਰੀ ਜਿਹੜੀ ਧਿਰ, ਵੱਡੀ ਧਿਰ ਕਹੀ ਜਾਂਦੀ ਆ, ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ, ਇੱਕ ਕਾਂਗਰਸ ਹੈ, ਇੱਕ ਅਕਾਲੀ ਆ, ਹੋਰ ਕੋਈ ਪਾਰਟੀ ਨਹੀਂ ਹੈ। ਉਹਦਾ ਨਿਸ਼ਾਨਾ ਦੋ ਪਾਸੇ ਸੀਗਾ। ਇੱਕ ਨਿਸ਼ਾਨਾ ਤੇ ਇਹ ਸੀਗਾ ਕਿ ਜਿਹੜੇ ਉਹਨਾਂ ਦੇ ਨਾਲੋਂ ਨਵਾਂ ਟੁੱਟੇ ਆ ਜਾਂ ਜਿਨ੍ਹਾਂ ਨਾਲੋਂ ਉਹ ਟੁੱਟੇ ਆ, ਬੀਜੇਪੀ, ਵੀ ਉਹਦਾ ਕੋਈ ਨਾਂ ਨਿਸ਼ਾਨ ਹੈ ਨਹੀਂਗਾ। ਇੱਕ ਤਾਂ ਇਹ ਗੱਲ, ਠੀਕ ਹੈ ਜੀ, ਇਹ ਉਹਨਾਂ ਵੱਲ ਨਿਸ਼ਾਨਾ ਸੀ। ਦੂਜਾ ਨਿਸ਼ਾਨਾ ਉਹਨਾਂ ਦਾ ਸੀਗਾ ਆਮ ਆਦਮੀ ਪਾਰਟੀ ਵੱਲ। ਆਮ ਆਦਮੀ ਪਾਰਟੀ ਜਿਹੜੀ ਅਕਾਲੀ ਦਲ ਨੂੰ ਪਛਾੜ ਕੇ ਦੂਜੇ ਥਾਂ ਤੇ ਆ ਗਈ ਸੀ ਵਿਧਾਨ ਸਭਾ ਚੋਣਾਂ 'ਚ। ਵੱਖਰੀ ਗੱਲ ਆ ਕਿ ਬਾਅਦ ਵਿੱਚ 4-5 ਗਰੁੱਪਾਂ ਵਿੱਚ ਵੰਡੀ ਗਈ। ਜੇ ਉਹ ਸਾਰੇ ਇਕੱਠੇ ਵੀ ਹੋਣ ਤੇ ਅੱਜ ਇਹ ਜਿਹੜੀ ਪੰਜਾਬ ਵਿੱਚ ਨਗਰ ਪੰਚਾਇਤਾਂ, ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ, ਇਹਦੇ ਵਿੱਚ ਕੋਈ ਬਹੁਤੀ ਵੱਡੀ ਕਾਰਗੁਜ਼ਾਰੀ ਨਹੀਂ ਦਿਖਾ ਸਕੀ। ਤੇ ਬਿਕਰਮ ਜੀਠੀਆ ਨੂੰ ਮੌਕਾ ਮਿਲ ਗਿਆ ਕਹਿਣ ਦਾ ਕਿ ਪੰਜਾਬ ਵਿੱਚ ਤਾਂ ਦੋ ਹੀ ਪਾਰਟੀਆਂ, ਇੱਕ ਕਾਂਗਰਸ ਆ, ਇੱਕ ਅਕਾਲੀ ਹੈ। ਠੀਕ ਹੈ ਜੀ। ਇਹ ਇੱਕ ਫੈਕਟਰ ਹੈਗਾ ਕਿ ਜਿਹੜੀ ਗੱਠਜੋੜ ਸੀਗਾ ਅਕਾਲੀ ਦਲ ਦਾ ਤੇ ਬੀਜੇਪੀ ਦਾ, ਜਿਹੜਾ ਸ਼ਹਿਰੀ ਵੋਟਾਂ ਨੂੰ ਪ੍ਰਭਾਵਿਤ ਕਰਦਾ ਸੀ, ਉਹ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਜੀ। ਉਸ ਤੋਂ ਵੀ ਵੱਡੀ ਗੱਲ ਜਿਹੜੀ ਸੀ ਉਹ ਕਿ ਜਿਹੜਾ ਕਿਸਾਨੀ ਅੰਦੋਲਨ ਆ, ਕਿਸਾਨੀ ਅੰਦੋਲਨ ਜਿਹੜਾ ਉਹਦੀ ਹਮਾਇਤ ਕਰਕੇ, ਦੇਖੋ ਜੇ ਮੈਂ ਗੱਲ ਗਰੰਟੀ ਨਾਲ ਕਹਿਣਾ ਜੀ, ਜੇ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾ ਹੁੰਦੀ, ਜਿਵੇਂ ਕਿਸਾਨ ਰੇਲ ਪਟੜੀਆਂ ਰੋਕ ਕੇ ਬੈਠੇ ਸੀਗੇ, ਗੈਸ ਪੰਪਾਂ ਦੇ ਉੱਤੇ ਬੈਠੇ ਧਰਨੇ ਮਾਰੇ ਸੀ, ਜਿਹੜੇ ਮਾਲ ਸੀਗੇ ਵੱਡਿਆਂ ਘਰਾਣਿਆਂ ਦੇ ਉੱਤੇ ਉਹਨਾਂ ਨੇ ਧਰਨੇ ਮਾਰੇ ਹੋਏ ਸੀ, ਤਾਂ ਉਦੋਂ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ, ਅਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਹੁੰਦੀ, ਤੇ ਸੈਂਟਰ ਵਿੱਚ ਵੀ ਉਹਨਾਂ ਦੀ ਸੀਗੀ, ਠੀਕ ਹੈ ਜੀ, ਉਹਨਾਂ ਮਾਰ ਕੇ ਚੰਮ ਉਧੇੜ ਦੇਣਾ ਸੀ, ਥਾਂ ਥਾਂ ਤੇ ਲਾਠੀ ਚਾਰਜ ਹੋਣਾ ਸੀ, ਥਾਂ ਥਾਂ ਤੇ ਗੋਲੀ ਚੱਲਣੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਏਦਾਂ ਦਾ ਕੁਛ ਨਹੀਂ ਕੀਤਾ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਅੰਦੋਲਨ ਨੂੰ ਸ਼ਹਿ ਦਿੱਤੀ, ਇਹ ਨਹੀਂ। ਉਹਨਾਂ ਇਹ ਦੇਖਿਆ, ਉਹਨਾਂ ਜੋ ਕਿਹਾ ਉਹ ਇਹ ਹੈ ਕਿ ਇਹ ਅੰਦੋਲਨ ਜਾਇਜ਼ ਆ, ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ, ਸਾਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ। ਉਹ ਕਿਸਾਨਾਂ ਨੂੰ ਵੀ ਕਹਿੰਦੇ ਸੀਗੇ ਕਿ ਤੁਸੀਂ ਆਪਦਾ ਅੰਦੋਲਨ ਵਾਪਸ ਲਵੋ, ਅਸੀਂ ਤੁਹਾਡੀ ਗੱਲਾਂ ਸੁਣਨ ਨੂੰ ਤਿਆਰ ਆ, ਤੁਹਾਡੀ ਗੱਲ ਸੁਣਨ ਨੂੰ ਤਿਆਰ। ਦੂਜੇ ਪਾਸੇ ਉਹ ਸੈਂਟਰ ਵਿੱਚ ਜਾ ਕੇ ਬੀਜੇਪੀ ਦੀ ਸਰਕਾਰ ਨੂੰ, ਮੋਦੀ ਤੇ ਅਮਿਤ ਸ਼ਾਹ ਨੂੰ ਵੀ ਜਾ ਕੇ ਕਹਿੰਦੇ ਸੀਗੇ ਕਿ ਕਿਸਾਨਾਂ ਦੀ ਗੱਲ ਸੁਣੋ। ਇਹ ਜਿਹੜਾ ਪ੍ਰਭਾਵ ਉਹ ਦੇ ਗਏ ਲੋਕਾਂ ਨੂੰ, ਇਹ ਵੀ ਇਸ ਇਲੈਕਸ਼ਨ ਦਾ ਬਹੁਤ ਵੱਡਾ ਮੁੱਦਾ ਕਿਹਾ ਜਾ ਸਕਦਾ। ਠੀਕ ਹੈ ਜੀ। ਇਹ ਇਸ ਕਰਕੇ ਸਾਰਾ ਹੋਇਆ। ਦੂਜਾ ਜਿਹੜਾ ਇਹ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਇਲੈਕਸ਼ਨਾਂ ਹੁੰਦੀਆਂ, ਪੰਚਾਇਤੀ ਇਲੈਕਸ਼ਨਾਂ ਕਹਿ ਲਓ, ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਕਹਿ ਲਓ, ਇਹਨਾਂ ਦੇ ਕੋਈ ਮੁੱਦੇ ਬੜੇ ਭਾਰੂ ਨਹੀਂ ਹੁੰਦੇ। ਇਹ ਅਸਲ 'ਚ ਤਾਂ ਇਹ ਭਾਈਚਾਰਕ ਠੱਬੀਆਂ ਲਾਉਣ ਵਾਲੀ ਗੱਲ ਹੁੰਦੀ ਆ। ਮੈਂ ਤੁਹਾਨੂੰ ਨਹੀਂ ਚੰਗਾ ਸਮਝਦਾ, ਤੁਸੀਂ ਮੈਨੂੰ ਨਹੀਂ ਚੰਗਾ ਸਮਝਦੇ, ਤੁਸੀਂ ਕਿਸੇ ਹੋਰ ਪਾਰਟੀ ਚਲੇ ਗਏ, ਮੈਂ ਕਿਸੇ ਹੋਰ ਪਾਰਟੀ ਝੰਡੀ ਚੱਕ ਲਈ, ਇੱਦਾਂ ਦੀਆਂ ਵੋਟਾਂ ਹੁੰਦੀਆਂ। ਇਹਨਾਂ ਇਲੈਕਸ਼ਨਾਂ ਦੇ ਵਿੱਚ ਕਾਫੀ ਰਿਕਾਰਡ ਤੋੜ ਪੋਲਿੰਗ ਹੋਈ ਆ। ਜਿਹੜੇ ਮਰਜ਼ੀ ਸ਼ਹਿਰ ਦੀ ਗੱਲ ਕਰ ਲਓ ਤੁਸੀਂ, ਤਕਰੀਬਨ 70+ ਹੀ ਗਏ ਆ ਸਾਰੇ ਸ਼ਹਿਰ। ਤੇ ਆਮ ਹੀ ਆਪਾਂ ਗੱਲ ਕਰਦੇ ਹੁੰਦੇ ਪਹਿਲਾਂ ਕਿ ਜਦੋਂ ਰਿਕਾਰਡ ਤੋੜ ਵੋਟਿੰਗ ਹੋਈ ਆ ਤੇ ਸਰਕਾਰ ਦੇ ਉਲਟ ਵਤਫਾ ਨਿਕਲਦਾ। ਤੇ ਇਹ ਜਿਹੜੀਆਂ ਵੋਟਾਂ ਦੇ ਵਿੱਚ ਰਿਕਾਰਡ ਤੋੜ ਵੀ ਹੋ ਗਈ ਤੇ ਹੱਕ ਦੇ ਵਿੱਚ ਵੀ ਵਤਫਾ ਹੋ ਗਿਆ। ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਦੇਖੋ, ਜਿਹੜੀ ਰਿਕਾਰਡ ਤੋੜ ਪੋਲਿੰਗ ਦੀ ਗੱਲ ਆਪਾਂ ਕਰਦੇ ਹਾਂ, ਜੇ ਪਿੰਡਾਂ ਵਿੱਚ ਰਿਕਾਰਡ ਤੋੜ ਪੋਲਿੰਗ ਹੋਵੇ, ਅਕਾਲੀ ਜਿੱਤਦਾ ਹੁੰਦਾ। ਅਕਾਲੀ ਦਲ ਦਾ ਪਿੰਡਾਂ ਵਿੱਚ ਪ੍ਰਭਾਵ ਹੈ। ਸ਼ਹਿਰੀ ਹਲਕਿਆਂ ਵਿੱਚ ਦੋ ਪਾਰਟੀਆਂ ਦਾ ਪ੍ਰਭਾਵ ਹੈਗਾ। ਇੱਕ ਪਾਰਟੀ ਹੈਗੀ ਆ ਕਾਂਗਰਸ ਮੇਨ, ਤੇ ਦੂਜੀ ਹੈਗੀ ਬੀਜੇਪੀ। ਬੀਜੇਪੀ ਵਪਾਰੀਆਂ ਦੀ ਪਾਰਟੀ ਹੈ। ਅੱਜ ਕੱਲ ਤਾਂ ਆਪਣੇ ਆਪ ਨੂੰ ਵਪਾਰੀਆਂ ਦੀ ਪਾਰਟੀ ਕਹਿੰਦੀ ਨਹੀਂ, ਉਹ ਹਿੰਦੂਆਂ ਦੀ ਪਾਰਟੀ ਕਹਿੰਦੀ ਵੀ ਅਸੀਂ ਤਾਂ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਠੀਕ ਹੈ ਜੀ। ਜਦੋਂ ਕਿ ਇਦਾਂ ਦੀ ਗੱਲ ਲੋਕੀ ਪਸੰਦ ਨਹੀਂ ਕਰਦੇ। ਹੁਣ ਸ਼ਹਿਰੀ ਹਲਕੇ ਦੇ ਵਿੱਚ ਵੋਟਾਂ ਪਈਆਂ, ਇਹਦਾ ਕੁਦਰਤੀ ਆ ਕਿ ਪ੍ਰਭਾਵ ਜਿਹੜਾ ਸੀਗਾ, ਅਸਰ ਕਬੂਲਣਾ ਸੀਗਾ ਲੋਕਾਂ ਨੇ, ਉਹ ਉਹਨਾਂ ਨੇ ਕਬੂਲਣਾ ਸੀ ਜਿਹੜੇ ਕਾਂਗਰਸ ਪੱਖੀ ਆ ਜਾਂ ਬੀਜੇਪੀ ਪੱਖੀ। ਲੋਕਾਂ ਨੇ ਬੀਜੇਪੀ ਨੂੰ ਉਹਨਾਂ ਦੇ ਲੀਡਰਾਂ ਵੱਲੋਂ ਜਿਹੜੀ ਆਮ ਲੋਕਾਂ ਪ੍ਰਤੀ ਲਾਪਰਵਾਹੀ ਕਰਕੇ, ਆਮ ਲੋਕਾਂ ਪ੍ਰਤੀ ਜਿਹੜੀ ਇਸ ਤਰੀਕੇ ਦੀ ਪਹੁੰਚ ਕਰਕੇ ਕਿ ਉਹਨਾਂ ਦੀਆਂ ਮੰਗਾਂ ਤੇ ਪਰਵਾਹ ਹੀ ਨਹੀਂ ਕਰਨੀ, ਮਹਿੰਗਾਈ ਦਿਨੋਂ ਦਿਨ ਵੱਧਦੀ ਜਾਂਦੀ ਆ, ਕਿਸਾਨੀ ਅੰਦੋਲਨ ਜਿਹੜਾ ਇੰਨਾ ਚਿਰ ਚੱਲਦਿਆਂ ਨੂੰ ਹੋ ਗਿਆ। ਠੀਕ ਹੈ ਜੀ।
ਤੇ ਜਾਂ ਉਹ ਇਸ ਤਰੀਕੇ ਦੀ ਬਿਆਨਬਾਜ਼ੀ ਹਾਂਜੀ ਜਿਹੜੀ ਉਹਨਾਂ ਦੇ ਲੀਡਰ ਬਿਆਨਬਾਜ਼ੀ ਕਰਦੇ ਆ। ਗੁਆਂਢੀ ਸੂਬਾ ਜਿਹੜਾ ਹੈਗਾ ਜੀ ਆਪਣਾ ਹਰਿਆਣਾ, ਹੁਣ ਉੱਥੋਂ ਦਾ ਇੱਕ ਗ੍ਰਹਿ ਮੰਤਰੀ ਆ, ਉਹ ਸਿਹਤ ਮੰਤਰੀ ਵੀ ਆ, ਸਿਹਤ ਉਹਦੀ ਆਪਦੀ ਖਰਾਬ ਹੀ ਰਹਿੰਦੀ ਹੈ, ਤੇ ਗ੍ਰਹਿ ਮੰਤਰੀ ਆ, ਉਹ ਗ੍ਰਹਿ ਮੰਤਰੀ ਦੀ ਬਜਾਏ ਗ੍ਰਹਿ ਮੰਤਰੀ ਆ, ਠੀਕ ਹੈ ਜੀ। ਉਹ ਗ੍ਰਹਿ ਮੰਤਰੀ ਜਿਹੜਾ ਉਹ ਕੋਈ ਨਾ ਕੋਈ ਰੋਜ਼ ਪੁੱਠਾ ਸਿੱਧਾ ਬਿਆਨ ਦੇ ਹੀ ਰੱਖਦਾ। ਉਹਦੀ ਬਿਆਨਬਾਜ਼ੀ ਵੀ ਜਿਹੜੀ ਆ ਉਹਨੇ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਤੋਂ ਦੂਰ ਕੀਤਾ, ਨੇੜੇ ਨਹੀਂ ਕੀਤਾ। ਬਿਲਕੁਲ ਜੀ। ਔਰ ਜਿਹੜਾ ਦੂਰ ਕਰਨਾ ਸੀਗਾ ਉਹਦਾ ਫਾਇਦਾ ਜਿਹੜਾ ਉਹ ਕਾਂਗਰਸ ਨੂੰ ਹੋਇਆ। ਕਾਂਗਰਸ, ਮੈਂ ਪਹਿਲਾਂ ਜਿਵੇਂ ਕਿਹਾ, ਸ਼ਹਿਰਾਂ ਵਿੱਚ ਵੱਧ ਪੋਲਿੰਗ ਜਦੋਂ ਹੋਵੇ ਤੇ ਕਾਂਗਰਸ ਨੂੰ ਫਾਇਦਾ ਹੁੰਦਾ ਜਾਂ ਬੀਜੇਪੀ ਨੂੰ ਹੁੰਦਾ। ਐਤਕੀ ਬੀਜੇਪੀ ਨੂੰ ਹੋਇਆ ਨਹੀਂ, ਕਾਂਗਰਸ ਨੂੰ ਹੋਇਆ। ਤੇ ਪਿੰਡਾਂ ਦੇ ਵਿੱਚ ਤੁਸੀਂ ਕਹਿੰਦੇ ਆ ਵੀ ਜਦੋਂ ਵੱਧ ਪੋਲ ਹੋਵੇ ਤਾਂ ਅਕਾਲੀ ਦਲ ਨੂੰ ਪੈਂਦਾ, ਤੇ ਇਹਨਾਂ ਦੀ ਇੰਨੀ ਦੁਰਦਸ਼ਾ ਕਿੱਦਾਂ ਹੋ ਗਈ ਜਦੋਂ ਇਹਨਾਂ ਦਾ ਗੱਠਜੋੜ ਹੁਣ ਟੁੱਟ ਚੁੱਕਿਆ ਭਾਜਪਾ ਦੇ ਨਾਲੋਂ? ਭਾਜਪਾ ਦੇ ਨਾਲੋਂ ਅਕਾਲੀ ਵੱਖ ਹੋ ਚੁੱਕੇ ਆ, ਤੇ ਇਹਨਾਂ ਦੀ ਇੰਨੀ ਦੁਰਦਸ਼ਾ ਕਿਉਂ? ਹਾਲਾਂਕਿ ਪਿੰਡਾਂ ਦੇ ਵਿੱਚ VOTING ਵੀ ਜ਼ਿਆਦਾ ਹੋਈ ਆ, ਤੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਆਧਾਰ ਜ਼ਿਆਦਾ ਆ, ਪਿੰਡਾਂ ਦੀ ਵੋਟ ਅਕਾਲੀ ਦਲ ਦੀ ਵੀ ਪੱਕੀ ਆ। ਨਹੀਂ, ਬਿਲਕੁਲ। ਜਿਹੜੇ ਜਿਨ੍ਹਾਂ ਨੂੰ ਪਿੰਡ ਕਹਿੰਦੇ ਨਾ ਜੀ, ਉੱਥੇ ਇਲੈਕਸ਼ਨ ਨਹੀਂ ਸੀ ਹੋਏ, ਨਹੀਂ ਬਿਲਕੁਲ ਉੱਥੇ ਇਲੈਕਸ਼ਨ ਨਹੀਂ ਸੀ। ਇਹ ਨਗਰ ਪੰਚਾਇਤ ਯਾਨੀ ਵੱਡੇ ਪਿੰਡ, ਹਾਂਜੀ ਵੱਡੇ ਪਿੰਡ ਜਿਹੜੇ ਆ, ਉਹ ਵੱਡੇ ਪਿੰਡ ਉਹ ਆ ਜੀ ਜਿੱਥੇ ਮਾਰਕੀਟਾਂ ਹੈ, ਬਾਜ਼ਾਰ ਹੈ, ਵਪਾਰੀ ਲੋਕ ਹੈ। ਪਿੰਡਾਂ ਤੋਂ ਭਾਵੇਂ ਉੱਠ ਕੇ ਆਏ ਆ, ਪਿੰਡਾਂ ਤੋਂ ਆ ਕੇ ਉਹਨਾਂ ਨੇ ਦੁਕਾਨਾਂ ਬਣਾ ਲਈਆਂ। ਕਿਸੇ ਨੇ ਬਜਾਜੀ ਦੁਕਾਨ ਕੱਪੜੇ ਦੀ ਪਾ ਲਈ, ਕਿਸੇ ਨੇ ਹਲਵਾਈ ਦੀ ਪਾ ਲਈ, ਕਿਸੇ ਨੇ ਖਾਦ ਦਾ ਕੰਮ ਸ਼ੁਰੂ ਕਰ ਲਿਆ, ਕਿਸੇ ਨੇ ਬੀਆਂ ਦਾ ਕੰਮ ਸ਼ੁਰੂ ਕਰ ਲਿਆ, ਕਿਸੇ ਨੇ ਪੈਟਰੋਲ ਪੰਪ ਲੈ ਲਿਆ, ਕਿਸੇ ਨੇ ਆੜਤ ਬਣਾ ਲਈ। ਇਹ ਉਸ ਤੇ ਨੀਮ ਸ਼ਹਿਰੀ ਇਲਾਕਾ ਜਿਹੜਾ ਉਹ ਆ, ਮਤਲਬ ਹੁਣ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਉਹ ਤਾਂ ਸ਼ਹਿਰੀ ਇਲਾਕੇ ਨੇ ਜੀ। ਤੇ ਹੁਣ ਜੇ ਕਰਤਾਰਪੁਰ ਦੀ ਗੱਲ ਕਰੀਏ, ਲਾਵਲਪੁਰ ਦੀ ਗੱਲ ਕਰੀਏ, ਹੈ ਜੀ, ਛੋਟੇ ਜਿਹੜੇ ਹੈਗੇ ਆ ਉਹਨਾਂ ਸ਼ਹਿਰਾਂ ਦੀ ਗੱਲ ਕਰੀਏ ਜਿਹਨਾਂ ਦੀ ਆਬਾਦੀ ਘੱਟ ਹੈ, ਤੇ ਉਹਨਾਂ ਵਿੱਚ ਬਹੁਤਾ ਪ੍ਰਭਾਵ ਜਿਹੜਾ ਵਾ ਉਹ ਜਿਹੜੇ ਕੰਮਕਾਜੀ ਲੋਕ ਆ ਉਹਨਾਂ ਦਾ ਹੀ ਹੁੰਦਾ। ਮੁਲਾਜ਼ਮ ਵੀ ਉੱਥੇ ਰਹਿੰਦੇ ਆ, ਮੁਲਾਜ਼ਮ ਪਿੰਡਾਂ ਦੀ ਬਜਾਏ ਭਾਵੇਂ ਪਿੰਡ ਦੇ ਸਕੂਲ 'ਚ ਕਿਤੇ ਦੂਰ ਜਾ ਕੇ ਉਹਨੂੰ 10-20 ਕਿਲੋਮੀਟਰ ਮੋਟਰਸਾਈਕਲ ਤੇ ਸਕੂਟਰ ਤੇ ਜਾਣਾ ਪੈਂਦਾ ਹੋਵੇ, ਉਹ ਸ਼ਹਿਰ ਜੇ ਨੂੰ ਜਿਹੜਾ ਛੋਟਾ ਸ਼ਹਿਰ ਉੱਥੇ ਰਹਿਣਾ ਪਸੰਦ ਕਰਦਾ। ਠੀਕ ਹੈ ਜੀ। ਜਿਹੜੇ ਪਿੰਡਾਂ ਤੋਂ ਲੋਕ ਆ ਕੇ ਸ਼ਹਿਰਾਂ ਦੇ ਵਿੱਚ ਆਪਣਾ ਕਾਰੋਬਾਰ ਕਰਦੇ, ਦੁਕਾਨਾਂ ਖੋਲਦੇ, ਉਹ ਵੀ ਹੌਲੀ ਹੌਲੀ ਫਿਰ ਸੋਚਦੇ ਆ ਵੀ ਦੁਕਾਨ ਲੇਟ ਰਾਤ ਨੂੰ ਬੰਦ ਕਰਨੀ ਹੁੰਦੀ ਆ, ਇੱਥੇ ਹੀ ਕਿਤੇ ਸੌਣ ਦਾ ਜੁਗਾੜ ਬਣਾ ਲੈਂਦੇ, ਉੱਥੇ ਫਿਰ ਹੌਲੀ ਹੌਲੀ ਆਪਦੀ ਰਿਹਾਇਸ਼ ਵੀ ਬਣਾ ਲੈਂਦੇ। ਸੋ ਉਹ ਲੋਕ ਜਿਹੜੇ ਫਿਰ ਉਦਾਂ ਦੇ ਮਾਹੌਲ ਵਿੱਚ ਰਹਿਣ ਲੱਗ ਪੈਂਦੇ ਆ। ਉਹ ਮਾਹੌਲ ਜਿਹੜਾ ਵਾ ਉਹ ਅਕਾਲੀ ਪੱਖੀ ਨਹੀਂ ਹੈ, ਉਹ ਕਾਂਗਰਸ ਪੱਖੀ ਹੈ। ਜੇ ਉਸ ਮਾਹੌਲ ਦੇ ਵਿੱਚੋਂ ਪਹਿਲਾਂ ਕਾਂਗਰਸ ਦੀ ਬਜਾਏ ਲੋਕਾਂ ਨੇ ਅਕਾਲੀ ਜਾਂ ਬੀਜੇਪੀ ਨੂੰ ਵੋਟਾਂ ਪਾਈਆਂ, ਤੇ ਉਹ ਕਿਹਾ ਜਾ ਸਕਦਾ ਕਿ ਬੀਜੇਪੀ ਦਾ ਵੱਧ ਪ੍ਰਭਾਵ ਹੁੰਦਾ ਸੀ। ਅੱਜ ਨਹੀਂ ਹੈ। ਬਿਲਕੁਲ ਜੀ। ਚਲੋ ਆਮ ਆਦਮੀ ਪਾਰਟੀ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ। ਮੈਂ ਭਾਜਪਾ ਦੀ ਗੱਲ ਪਹਿਲਾਂ ਕਰਦਾ, ਬੀਜੇਪੀ ਦੀ, ਕਿ ਬੀਜੇਪੀ ਦੇ ਕੈਂਡੀਡੇਟ ਤਾਂ ਉਹਨਾਂ ਨੇ ਹਰੇਕ ਸਟੇਸ਼ਨ ਤੇ ਖੜਾਏ ਸੀਗੇ, ਹਰੇਕ ਹੀ, ਮਤਲਬ ਤੁਸੀਂ ਕਮੇਟੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਖੜੇ ਸੀਗੇ, ਪਰ ਕਿਤੋਂ ਵੀ ਉਹ ਜਿੱਤ ਨਹੀਂ ਸਕੇ। ਤਕਰੀਬਨ ਜਿਵੇਂ ਮੋਗਾ ਕਹਿ ਲਓ ਜਾਂ ਜਲੰਧਰ ਕਹਿ ਲਓ, ਉੱਥੇ ਇੱਕ ਬੰਦਾ ਉਹਨਾਂ ਦਾ ਜਿੱਤ ਗਿਆ। ਚਲੋ ਖਾਤਾ ਖੁੱਲ ਗਿਆ, ਆਪਾਂ ਕਹਿ ਸਕਦੇ ਵੀ। ਉਹ ਕਹਿੰਦੇ ਵੀ ਚਲੋ ਇੰਨਾ ਹੀ ਬੜਾ, ਪੰਜਾਂ ਚਾਰਾਂ ਸ਼ਹਿਰਾਂ 'ਚ ਇੱਕ ਜਿੱਤ ਗਏ। ਇੰਨੀ ਦੁਰਦਸ਼ਾ, ਇਹ ਕੀ ਕਾਰਨ ਹੈ? ਅੰਦੋਲਨ ਹੀ ਮੰਨਦੇ ਆ ਤੁਸੀਂ? ਦੇਖੋ, ਅੰਦੋਲਨ ਵੀ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਆ, ਮਹਿੰਗਾਈ ਅੰਦੋਲਨ, ਸਰਕਾਰ ਦੀ ਬੇਰੁਖੀ ਆਮ ਲੋਕਾਂ ਪ੍ਰਤੀ, ਕਿਸਾਨਾਂ ਪ੍ਰਤੀ ਵੀ ਹੈਗੀ ਆ, ਆਮ ਲੋਕਾਂ ਪ੍ਰਤੀ ਬੇਰੁਖੀ ਹੈਗੀ। ਔਰ ਉਸ ਤੋਂ ਵੱਧ ਇਹਨਾਂ ਦੇ ਲੀਡਰਾਂ ਵੱਲੋਂ, ਜਿਨ੍ਹਾਂ ਦੇ ਮੂੰਹ ਜਿਹੜੇ ਕੰਨਾਂ ਤੱਕ ਪੱਟੇ ਹੋਏ ਆ, ਬਿਆਨਬਾਜ਼ੀ, ਬੇਤੁਕੀ ਬਿਆਨਬਾਜ਼ੀ, ਬੇਹੂਦਾ ਬਿਆਨਬਾਜ਼ੀ, ਜਿਸ ਬਿਆਨਬਾਜ਼ੀ ਨੂੰ ਆਮ ਲੋਕ ਚੰਗਾ ਨਹੀਂ ਸਮਝਦੇ। ਠੀਕ ਹੈ ਜੀ। ਆਮ ਲੋਕਾਂ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਜਾਣਾ ਚਾਹੀਦਾ ਕਿ ਪਾਰਟੀ ਜਿੱਦਾਂ ਦੀ ਮਰਜ਼ੀ ਹੈ, ਬੰਦੇ ਨਹੀਂ ਮਾੜੇ, ਇਹ ਪ੍ਰਭਾਵ ਜਾਣਾ ਚਾਹੀਦਾ। ਇੱਥੇ ਪ੍ਰਭਾਵ ਇਹ ਚਲਾ ਗਿਆ, ਪਾਰਟੀ ਵੀ ਮਾੜੀ ਹੈ, ਬੰਦੇ ਵੀ ਮਾੜੇ। ਹੁਣ ਤੁਸੀਂ ਦੇਖੋ, ਕਿਸਾਨੀ ਅੰਦੋਲਨ ਨਾਲ ਜੋੜ ਕੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰੀਏ, ਤੇ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਤੱਕ ਬੀਜੇਪੀ ਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਕਿਸੇ ਵੀ ਲੀਡਰ ਨੇ ਇਹ ਗੱਲ ਨਹੀਂ ਕਹੀ ਕਿ ਕਿਸਾਨਾਂ ਦੀ ਵੀ ਗੱਲ ਸੁਣ ਲਓ। ਉਹ ਇਹੀ ਕਹੀ ਜਾਂਦੇ ਆ ਕਾਨੂੰਨ ਤਾਂ ਬਹੁਤ ਵਧੀਆ, ਹਾਲਾਂਕਿ ਕਾਨੂੰਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ। ਬਿਲਕੁਲ ਜੀ। ਮੈਂ ਗਰੰਟੀ ਨਾਲ ਕਹਿੰਦਾ ਕਿ ਜਿਹੜੇ ਕਿਸਾਨ ਆ, ਉਹਨਾਂ ਨੇ ਖੁਦ ਜਾ ਕੇ ਸਰਕਾਰ ਦੇ ਮੰਤਰੀਆਂ ਨੂੰ ਕਾਨੂੰਨਾਂ ਦਾ ਮਤਲਬ ਸਮਝਾਇਆ। ਤੇ ਜਦੋਂ ਕਿਸਾਨ ਮਤਲਬ ਸਮਝਾਉਂਦੇ ਸੀਗੇ, ਤੇ ਮੰਤਰੀ ਅਫਸਰਾਂ ਵੱਲ ਮੂੰਹ ਚੁੱਕ ਕੇ ਵੇਖਦੇ ਸੀਗੇ ਕਿ ਜੋ ਕਿਸਾਨ ਕਹਿੰਦੇ ਉਹ ਠੀਕ ਹੈ। ਉਹਨਾਂ ਨੂੰ ਖੁਦ ਨੂੰ ਨਹੀਂ ਸੀ ਪਤਾ। ਜੇ ਮੰਤਰੀਆਂ ਨੂੰ ਨਹੀਂ ਪਤਾ
ਤੇ ਜਿਹੜੇ ਛੋਟੇ ਬੀਜੇਪੀ ਦੇ ਲੀਡਰ ਉਹਨਾਂ ਨੂੰ ਕੀ ਪਤਾ ਹੋਣਾ। ਇਹਨਾਂ ਨੂੰ ਇਹ ਗੱਲ ਲੈ ਡੁੱਬੀ ਕਿ ਤੁਸੀਂ ਬਿਨਾਂ ਵਜ੍ਹਾ ਅੱਖਾਂ ਮਿੱਟੇ ਇਹ ਕਹੀ ਜਾਂਦੇ ਆ ਕਿ ਕਾਨੂੰਨ ਬਹੁਤ ਵਧੀਆ, ਕਾਨੂੰਨ ਬਹੁਤ ਵਧੀਆ, ਮੋਦੀ ਆ ਤਾਂ ਸਾਰਾ ਕੁਝ ਠੀਕ ਹੋਈ ਜਾਂਦਾ। ਮੋਦੀ ਦੀਆਂ ਜਿਹੜੀਆਂ GST ਵਾਲੀ ਇੱਕ ਗੱਲ, ਨੋਟਬੰਦੀ ਵਾਲੀ ਗੱਲ, ਬੇਸ਼ੱਕ ਉਹਨਾਂ ਨੇ ਪਾਰਲੀਮੈਂਟ ਇਲੈਕਸ਼ਨ 'ਚ ਬਹੁਤਾ ਪ੍ਰਭਾਵ ਨਹੀਂ ਸੀ ਪਾਇਆ। ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਫੇਰ ਵੀ ਉਹ ਪਾਰਟੀ ਬਹੁਤ ਮੈਜੋਰਿਟੀ ਨਾਲ ਜਿੱਤ ਗਈ, ਪਰ ਉਹਦਾ ਅਸਰ ਜਿਹੜਾ ਹੌਲੀ ਹੌਲੀ ਦਿਖਣਾ ਸ਼ੁਰੂ ਹੋਇਆ ਜਦੋਂ ਅੱਜ ਕਿਸਾਨ ਜਿਹੜੇ ਆ ਉਹ ਆਪਦੇ ਮੁੱਦਿਆਂ ਪ੍ਰਤੀ ਪਰੇਸ਼ਾਨ ਆ ਕਿ ਇਹ ਕਾਨੂੰਨ ਆ ਗਏ, ਤੇ ਵਪਾਰੀ ਵੀ ਤਾਂ ਪਰੇਸ਼ਾਨ ਆ ਨਾ। ਵਪਾਰੀਆਂ ਨੂੰ GST ਹੁਣ ਤੰਗ ਕਰਨ ਲੱਗੀ ਹੈ, ਵਪਾਰੀਆਂ ਨੂੰ ਇਨਕਮ ਟੈਕਸ ਹੁਣ ਤੰਗ ਕਰਨ ਲੱਗਾ, ਠੀਕ ਹੈ। ਵਪਾਰੀਆਂ ਨੂੰ ਨੋਟਬੰਦੀ ਦਾ ਹੁਣ ਅਸਰ ਪਤਾ ਲੱਗਣ ਲੱਗਾ, ਕੁਝ ਚਿਰ ਬਾਅਦ ਹੀ ਪਤਾ ਲੱਗਦਾ ਹੁੰਦਾ ਨਾ। ਇਹ ਜਿਹੜਾ ਪਤਾ ਲੱਗਾ ਹੁਣ, ਉਹਨੇ ਆਮ ਲੋਕਾਂ ਨੂੰ BJP ਤੋਂ ਦੂਰ ਕਰ ਦਿੱਤਾ। BJP ਤੋਂ ਦੂਰ ਕਰਤਾ, ਇਹ ਤਾਂ ਆਪਾਂ ਨੂੰ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਹੀ ਰਿਜ਼ਲਟ ਜੇ ਪਤਾ ਲੱਗਣੇ ਸ਼ੁਰੂ ਹੋ ਗਏ ਸੀਗੇ, ਕਿਉਂਕਿ ਜਦੋਂ ਵੀ ਕੈਂਡੀਡੇਟ ਕਿਸੇ ਦੇ ਘਰਾਂ ਮੂਹਰੇ ਜਾਂਦੇ ਸੀ ਜਾਂ ਗਲੀਆਂ 'ਚ ਲੰਘਦੇ ਸੀ ਤੇ ਉਹਨਾਂ ਦੇ ਛਿੱਤਰ ਲੈ ਕੇ ਲੋਕ ਪਿੱਛੇ ਜਾਂਦੇ ਸੀਗੇ, ਠੀਕ ਹੈ। ਚਲੋ ਇਹ ਤਾਂ ਮੰਨ ਲਈ ਗੱਲ। ਤੇ ਆਮ ਆਦਮੀ ਪਾਰਟੀ ਵੀ ਕੋਈ ਏਡਾ ਜ਼ਿਆਦਾ ਕੋਈ ਕਾਰਨਾਮਾ ਕਰਨੀ ਵਿਖਾ ਸਕੇ ਇਸ ਚੋਣਾਂ ਦੇ ਵਿੱਚ, ਉਹਦੇ ਬਾਰੇ ਤੁਹਾਡੀ ਕੀ ਟਿੱਪਣੀ? ਆਮ ਆਦਮੀ ਪਾਰਟੀ ਬਾਰੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਜਦੋਂ 2017 ਦੇ ਵਿੱਚ ਇਲੈਕਸ਼ਨ ਹੋਈ ਵਿਧਾਨ ਸਭਾ ਦੀ, ਤਾਂ ਉਦੋਂ ਆਮ ਆਦਮੀ ਪਾਰਟੀ ਸੋਚਦੀ ਸੀਗੀ ਕਿ ਅਸੀਂ 117 ਦੇ ਵਿੱਚੋਂ 100 ਸੀਟਾਂ ਤਾਂ ਅਸੀਂ ਲੈ ਹੀ ਜਾਣੀਆਂ, ਔਰ 4-5 ਮੁੱਖ ਮੰਤਰੀ ਬਣੇ ਹੋਏ ਸੀਗੇ। ਉਹ ਰਿਹਰਸਲਾਂ ਕਰਦੇ ਹੁੰਦੇ ਸੀਗੇ ਕਿ ਜਿਹੜੀ ਮੁੱਖ ਮੰਤਰੀ ਦੀ ਸਹੁੰ ਕਿਵੇਂ ਚੱਕਣੀ, ਠੀਕ ਹੈ ਜੀ। ਉਹ ਮਾਮਲਾ ਹੋ ਗਿਆ ਉਲਟ, ਕਿਉਂਕਿ ਕੁਝ ਦਿਨ ਪਹਿਲਾਂ, ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ, ਜਿਹੜਾ ਦਿੱਲੀ ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉਹ ਪੰਜਾਬ ਵਿੱਚ ਆ ਕੇ ਇਹ ਕਹਿੰਦਾ ਕਿ ਤੁਸੀਂ ਵੋਟਾਂ ਜਿਹੜੀਆਂ ਵਾ ਉਹ ਕੇਜਰੀਵਾਲ ਦੇ ਮੂੰਹ ਨੂੰ ਪਾਉਣੀਆਂ, ਕੈਂਡੀਡੇਟ ਭਾਵੇਂ ਅਸੀਂ ਨਹੀਂ ਅਨਾਉਂਸ ਕੀਤਾ ਕੋਈ, ਤੁਸੀਂ ਕੇਜਰੀਵਾਲ ਦੇ ਮੂੰਹ ਨੂੰ ਪਾਉਣੀਆਂ, ਤੁਸੀਂ ਸਮਝੋ ਕਿ ਕੇਜਰੀਵਾਲ ਹੀ ਮੁੱਖ ਮੰਤਰੀ ਪੰਜਾਬ ਦਾ ਬਣੋ। ਇਸ ਗੱਲ ਨੇ ਲੋਕਾਂ ਦਾ ਮੋਹ ਭੰਗ ਕਰ ਦਿੱਤਾ, ਪਰ ਫਿਰ ਵੀ ਉਹ ਅਕਾਲੀ ਦਲ ਨੂੰ ਪਛਾੜ ਕੇ ਚੰਗੀਆਂ ਸੀਟਾਂ ਲੈ ਗਏ, ਯਾਨੀ 20 ਸੀਟਾਂ ਲੈ ਗਏ। 20 ਸੀਟਾਂ ਜਿਹੜਾ ਗੱਠਜੋੜ ਜਿਹੜਾ ਬਹੁਤ ਚੰਗਾ ਸੀਗਾ, ਮੁੱਖ ਵਿਰੋਧੀ ਪਾਰਟੀ ਬਣ ਗਈ, ਔਰ ਮੁੱਖ ਵਿਰੋਧੀ ਪਾਰਟੀ ਤੋਂ ਇੰਨੀਆਂ ਸੀਟਾਂ ਹੋਣ ਤੇ ਸਰਕਾਰ ਡਰਦੀ ਹੁੰਦੀ ਹੈ, ਪਰ ਉਹ ਸਰਕਾਰ ਨੂੰ ਡਰਾਉਣ ਦੀ ਬਜਾਏ ਆਪਸ ਵਿੱਚ ਜੁੱਤੀ ਹੋ ਗਏ। 4-5 ਥਾਈਂ ਉਹ ਵੰਡੇ ਗਏ, 2 ਪੱਤਰਕਾਰ ਜਿੱਤੇ ਸੀਗੇ, ਘਾਗ ਉਹਨਾਂ ਦੇ ਲੀਡਰ ਜਿਹੜੇ ਜਿੱਤੇ ਸੀਗੇ, ਉਹ ਭੱਲ ਬਣਾਈ ਕੇ ਰੱਖ ਨਹੀਂ ਸਕੇ, ਉਹ ਆਪਦਾ ਜਿਹੜਾ ਰੋਹ ਬਦਾਬ ਜਿਹੜਾ ਸੀ ਉਹ ਰੱਖ ਨਹੀਂ ਸਕੇ। ਉਹ ਜਿਹੜੀ ਆਪਦੀ ਗੁੱਡਵਿਲ ਜਿਹੜੀ ਸੀ ਬਣੀ ਸੀਗੀ, ਜਾਂ ਜੇ ਲੋਕਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਸੀ, ਉਹ ਬਣਾਈ ਰੱਖਣ 'ਚ ਕਾਮਯਾਬ ਨਹੀਂ ਹੋਏ। ਲੋਕਾਂ ਦਾ ਮੋਹ ਭੰਗ ਹੋ ਗਿਆ, ਲੋਕਾਂ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪੋਜ਼ਿਟਿਵ ਸੈਂਸ ਵਿੱਚ ਨਹੀਂ ਲਿਆ। ਜਿਹੜੀ ਉਸ ਤੋਂ ਵੱਡੀ ਜਿਹੜੀ ਗੱਲ ਆ ਨਾ ਜੀ, ਇਹ ਆ ਕਿ ਕੋਈ ਵੀ ਪਾਰਟੀ ਜੇ ਇਹ ਕਵੇ ਕਿ ਮੈਂ ਦੂਜੀ ਪਾਰਟੀ ਦੇ 10 ਬੰਦੇ 10 ਟੱਬਰ ਤੋੜ ਲਏ ਆ, ਆਪਦੇ ਨਾਲ ਜੋੜ ਲਏ ਆ, ਤੇ ਹੁਣ ਪਹਿਲਾਂ ਜੇ ਮੰਨ ਲਓ ਉਹ ਬੰਦੇ ਗੁਨਾਹਗਾਰ ਸੀ ਕਿਸੇ ਗੱਲ ਦੇ, ਤੇ ਹੁਣ ਉਹ ਗੁਨਾਹ ਧੋਤੇ ਗਏ। ਰਵਾਇਤੀ ਪਾਰਟੀਆਂ ਜਿਹੜੀਆਂ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, BJP ਹੋਵੇ, ਇਹ ਆਮ ਕਰਦੇ, ਇਹਨਾਂ ਨੇ ਵੀ ਇੱਦਾਂ ਹੀ ਕੀਤੀ। ਆਮ ਆਦਮੀ ਪਾਰਟੀ ਨੇ ਵੀ ਇੱਦਾਂ ਕੀਤੀ। ਗਰਾਊਂਡ ਲੈਵਲ ਤੇ ਜੇ ਨਵੀਂ ਪਾਰਟੀ ਸੀ, ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਜਾਂਦੇ, ਕੰਮ ਕਰਦੇ, ਉਹਨਾਂ 'ਚ ਭੱਲ ਬਣਾਉਂਦੇ, ਔਰ ਆਪਦੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਂਦੇ। ਉਹ ਤਾਂ ਜੇ ਕਿਸੇ ਨੇ ਕਹਿਤਾ ਕਿ ਜੀ ਮੈਂ ਆਮ ਆਦਮੀ ਪਾਰਟੀ ਨਾਲ, ਉਹ ਕਹਿੰਦੇ ਠੀਕ ਆ, ਤੂੰ ਸਾਡਾ ਕੈਂਡੀਡੇਟ। ਇਹ ਗੱਲਾਂ ਦਾ ਲੋਕਾਂ ਤੇ ਚੰਗਾ ਪ੍ਰਭਾਵ ਨਹੀਂ ਪਿਆ, ਔਰ ਉਹਨਾਂ ਨੇ ਇਹਨਾਂ ਨੂੰ ਜਿੱਦਾਂ ਕਹਿੰਦੇ ਨੇ ਪੱਠੇ ਨਹੀਂ ਪਾਏ, ਦੁਰਕਾਰ ਦਿੱਤਾ, ਮਾਨਤਾ ਨਹੀਂ ਦਿੱਤੀ। ਇਹ ਇਹਨਾਂ ਲਈ ਨੁਕਸਾਨਦਾਇਕ ਹੈਗੀ ਆ, ਹੋ ਗਈ ਆ। ਜੇ ਥੋੜ੍ਹਾ ਜਿਹਾ ਆਤਮ ਚਿੰਤਨ ਕਰ ਲੈਣਗੇ, ਮੰਥਨ ਕਰ ਲੈਣਗੇ, ਰਿੜਕ ਲੈਣਗੇ ਵੀ ਕਿਉਂ ਹਾਰ ਹੋਈ ਹੈ, ਤੇ ਫਿਰ ਸ਼ਾਇਦ ਜਿਹੜੀਆਂ ਹੋਰ ਅਗਲੇ ਸਾਲ ਇਲੈਕਸ਼ਨ ਹੋਣੀ ਆ, ਥੋੜਾ ਟਾਈਮ ਰਹਿ ਗਿਆ, ਲੈਸ ਦੈਨ ਈਅਰ ਰਹਿ ਗਿਆ, ਸਾਲ ਤੋਂ ਘੱਟ ਟਾਈਮ ਰਹਿ ਗਿਆ ਹੈਗਾ, ਤੇ ਉਸ ਇਲੈਕਸ਼ਨ ਦੇ ਵਿੱਚ ਸ਼ਾਇਦ ਆਪਦੀ ਜਿਹੜੀ ਕੋਈ ਹੋਂਦ ਬਣਾ ਲੈਣਗੇ। ਨਹੀਂ ਤੇ ਜਿਸ ਤਰੀਕੇ ਨਾਲ ਆਪਸ ਵਿੱਚ ਇਹ ਟੁੱਟੇ ਫਿਰਦੇ ਆ, ਜਾਂ ਜਿਸ ਤਰੀਕੇ ਨਾਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਲੋਕਾਂ ਨੇ, ਆਉਣ ਵਾਲੇ ਦਿਨਾਂ ਜਿਹੜੇ ਦਿਨ ਵਾ ਇਹਨਾਂ ਵਾਸਤੇ ਕੋਈ ਬਹੁਤੇ ਚੰਗੇ ਨਹੀਂ ਹੈ। ਅਗਲੀਆਂ ਚੋਣਾਂ ਜਿਹੜੀਆਂ ਆ ਰਹੀਆਂ, ਜਿਹਨੂੰ ਆਪਾਂ ਕਹਿ ਦਈਏ ਕਿ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ, ਜਿਹੜੀਆਂ ਆਹ ਚੋਣਾਂ ਹੋਈਆਂ ਵਾ, ਇਹਨੂੰ ਕੀ ਆਪਾਂ ਮੰਨ ਸਕਦੇ ਹਾਂ ਵੀ ਸੈਮੀਫਾਈਨਲ ਮੈਚ ਸੀ ਤੇ ਫਾਈਨਲ ਗਾਂਹ ਆ ਰਿਹਾ?
ਨਹੀਂ, ਇਦਾਂ ਨਹੀਂ ਹੁੰਦੀ ਵੈਸੇ ਤਾਂ। ਉਂਝ ਸਾਰੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਕਿ ਜੇ ਪੰਚਾਇਤਾਂ ਦੀਆਂ ਚੋਣਾਂ ਅਸੀਂ ਜਿੱਤ ਲਈਆਂ ਤਾਂ ਸਮਝ ਲਓ ਅਸੀਂ ਵਿਧਾਨ ਸਭਾ ਦੀਆਂ ਜਿੱਤ ਲਈਆਂ, ਜੇ ਅਸੀਂ ਵਿਧਾਨ ਸਭਾ ਦੀਆਂ ਜਿੱਤ ਲਈਆਂ ਤਾਂ ਸਮਝੋ ਅਸੀਂ ਲੋਕ ਸਭਾ ਦੀਆਂ ਜਿੱਤ ਲਈਆਂ। ਬਿਲਕੁਲ ਜੀ, ਕਹਿੰਦੀਆਂ ਹੁੰਦੀਆਂ ਪਾਰਟੀਆਂ, ਪਰ ਇਦਾਂ ਹੁੰਦੀ ਨਹੀਂ ਜੀ। ਕਾਰਨ ਆ ਕਿ ਇਹ ਇਲੈਕਸ਼ਨ ਜਿਹੜੀ ਹੈ ਨਾ ਜੀ, ਇਹ ਕਈ ਵਾਰੀ ਨਾ ਨਿੱਜੀ ਕੜਾਂ ਵਾਲੀ ਇਲੈਕਸ਼ਨ ਵੀ ਹੁੰਦੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਹੱਲੇ ਦੇ ਵਿੱਚ ਆਂਢ ਗੁਆਂਢੀ ਦੋ ਬੰਦੇ ਰਹਿੰਦੇ ਆ, ਤੁਸੀਂ ਮੇਰੇ ਗੁਆਂਢੀ, ਮੈਂ ਤੁਹਾਡਾ ਗੁਆਂਢੀ, ਤੁਹਾਡੀ ਪਾਰਟੀ ਹੋਰ ਮੇਰੀ ਹੋਰ, ਠੀਕ ਹੈ ਜੀ। ਮੈਂ ਇਸੇ ਕਰਕੇ ਤੁਹਾਡੇ ਨਾਲ ਔਖਾ ਵਾਂ ਕਿ ਤੁਹਾਡੀ ਪਾਰਟੀ ਹੋਰ ਕਿਉਂ, ਬਿਲਕੁਲ, ਠੀਕ ਹੈ ਜੀ। ਮੈਂ ਦੂਜੇ ਬੰਦੇ ਨੂੰ, ਦੂਜੇ ਹੋਰ 10-20 ਬੰਦੇ ਆ, ਉਹਨਾਂ ਨੂੰ ਚੁੱਕ ਥੱਲ ਕੇ ਆਪਦੇ ਨਾਲ ਜੋੜ ਲੈਣਾ ਕਿ ਆਪੀ ਐਤਕੀ ਆਪਾਂ ਪਿੰਡਰ ਦਾ ਜੀ ਮੱਘੂ ਬਣਨਾ, ਐਤਕੀ ਵੋਟਾਂ ਨੂੰ ਪੈਣ ਨਹੀਂ ਦੇਣੇ, ਐਤਕੀ ਜਮਾਤ ਜ਼ਬਤ ਕਰਾਉਣੀ। ਹੋ ਸਕਦਾ ਤੁਸੀਂ ਵੀ ਸੋਚਦੇ ਹੋ ਕਿ ਅਸੀਂ ਇਹਨਾਂ ਦਾ ਐਤਕੀ ਇਹ ਕਰਾਂਗੇ। ਇਹ ਮਹੱਲੇ ਦੀਆਂ ਗੱਲਾਂ, ਪਿੰਡਾਂ ਦੀਆਂ ਗੱਲਾਂ, ਵਾਰਡ ਦੀਆਂ ਗੱਲਾਂ ਹੁੰਦੀਆਂ। ਜਿਹੜੀਆਂ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਆ, ਉੱਥੇ ਇਦਾਂ ਨਹੀਂ ਹੁੰਦੀ। ਉੱਥੇ ਵਿਧਾਨ ਸਭਾ ਦੀ ਇਲੈਕਸ਼ਨ ਵੇਲੇ ਪਾਰਟੀਆਂ ਦੇ ਮੈਨੀਫੈਸਟੋ ਨੂੰ ਵੇਖਿਆ ਜਾਂਦਾ। ਮੈਨੀਫੈਸਟੋ ਕੀ ਆ, ਪਾਰਟੀਆਂ ਦਾ ਏਜੰਡਾ ਕੀ ਆ, ਕਿਹੜੇ ਮੁੱਦੇ ਤੇ ਇਲੈਕਸ਼ਨ ਲੜਦੀਆਂ। ਮੇਨ ਮੁੱਦਾ ਉਹੀ ਹੁੰਦਾ ਵਿਕਾਸ ਦੀ ਗੱਲ। ਭਾਵੇਂ ਇਹ ਵੀ ਵਿਕਾਸ ਦੀ ਗੱਲ ਤੇ ਹੋਣੀ ਚਾਹੀਦੀ ਸੀ ਇਲੈਕਸ਼ਨ, ਪਰ ਇਹ ਇਲੈਕਸ਼ਨ ਵਿਕਾਸ ਦੇ ਨਾਂ ਤੇ ਨਹੀਂ ਹੋਈ। ਕਾਰਨ ਇਹਦੇ ਪਿੱਛੇ ਕਾਰਨ ਇਹ ਹੈ ਕਿ ਅਸੀਂ ਅਜੇ ਤੱਕ ਗਲੀਆਂ ਨਾਲੀਆਂ ਦੀ ਮੁਰੰਮਤ ਤੋਂ ਬਾਹਰ ਹੀ ਨਿਕਲੇ। 75 ਸਾਲ ਹੋ ਗਏ ਆ, ਅਸੀਂ ਇਹ ਸੋਚੀ ਜਾਂਦੇ ਆ ਬਾਰ-ਬਾਰ ਕਿ ਸਾਡੇ ਪਿੰਡ ਦੀਆਂ, ਸਾਡੇ ਛੋਟੇ ਕਸਬੇ ਦੀਆਂ ਨਾਲੀਆਂ ਨਹੀਂ ਸੂਤ ਆਉਣ ਡੀਆਂ, ਫਰਸ਼ਾਂ ਨਹੀਂ ਪੈਂਦੀਆਂ ਪਈਆਂ, ਹਾਂਜੀ। ਇਹ ਅਸੀਂ ਉੱਥੇ ਕੀ ਫਸੇ ਹੋਏ ਆ। ਅਸੀਂ ਵਿਕਾਸ ਵਾਲੇ ਪਾਸੇ ਮੇਨ ਜਾਂਦੇ ਨਹੀਂ, ਜਦੋਂ ਕਿ ਮੁੱਦਾ ਵੈਸੇ ਵਿਕਾਸ ਹੋਣਾ ਚਾਹੀਦਾ। ਇਹਨਾਂ ਪੰਚਾਇਤਾਂ ਨੇ, ਨਗਰ ਪੰਚਾਇਤਾਂ ਨੇ ਵਿਕਾਸ ਹੀ ਕਰਨਾ ਹੁੰਦਾ। ਇਹਨਾਂ ਨੇ ਕੋਈ ਵੱਡੇ ਕਾਲਜ ਨਹੀਂ ਬਣਾਉਣੇ ਹੁੰਦੇ, ਕੋਈ ਯੂਨੀਵਰਸਿਟੀਆਂ ਨਹੀਂ ਬਣਾਉਣੀਆਂ ਹੁੰਦੀਆਂ, ਕੋਈ ਵੱਡੇ ਹਸਪਤਾਲ ਨਹੀਂ ਬਣਾਉਣੇ ਹੁੰਦੇ। ਉਹ ਤਾਂ ਜਿਹੜੀ ਰਾਜ ਸਰਕਾਰ ਹੈ ਜਾਂ ਸੈਂਟਰ ਸਰਕਾਰ, ਉਹਦੇ ਕੰਮ ਆ। ਇਹਨਾਂ ਨੇ ਉਹਨਾਂ ਕੋਲੋਂ ਗ੍ਰਾਂਟਾਂ ਲੈਣੀਆਂ ਹੁੰਦੀਆਂ ਕਿ ਇੱਥੇ ਅਸੀਂ ਆਹ ਕੰਮ ਕਰਨਾ, ਜਿਹੜਾ ਸਿੱਧਾ ਸੰਬੰਧ ਆਮ ਲੋਕਾਂ ਨਾਲ। ਇਹ ਉਹ ਵੀ ਨਹੀਂ ਕਰਦੇ। ਇਹ ਮੁੱਦਾ ਵਿਕਾਸ ਦਾ ਰੱਖਣਾ ਚਾਹੀਦਾ ਹੁੰਦਾ, ਪਰ ਇਹ ਜਿਹੜੀ ਇਲੈਕਸ਼ਨ ਹੁਣ ਹੋਈ ਆ, ਇਹਦੇ ਤੇ ਇਦਾਂ ਦਾ ਕੋਈ ਮੁੱਦਾ ਹੈ ਹੀ ਨਹੀਂ ਸੀ। ਆਖਰੀ ਸਵਾਲ ਹੈ ਜੀ, ਸਾਰਾ ਕੁਝ ਨਿਬੜ ਗਿਆ, ਵੋਟਾਂ ਹੋ ਗਈਆਂ, ਹੁਣ ਲੋਕਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਿ ਹੁਣ ਜਿਹੜੇ ਜਿੱਤ ਚੁੱਕੇ ਆ ਉਹਨਾਂ ਨੂੰ ਕਿੱਦਾਂ ਵਿਕਾਸ ਦੇ ਲਈ ਮੋਟੀਵੇਟ ਕਰਨਾ ਚਾਹੀਦਾ? ਦੇਖੋ ਜੀ, ਜਿਹੜੇ ਜਿੱਤ ਚੁੱਕੇ ਆ ਉਹ ਤਾਂ ਮੈਨੂੰ ਲੱਗਦਾ 4 ਦਿਨ ਤਾਂ ਜੇ ਭੰਗੜਾ ਪਾਉਣਗੇ, ਦਾਰੂ ਸਿੱਕਾ ਚੱਲੂਗਾ, ਪਾਰਟੀਆਂ ਹੋਣਗੀਆਂ, ਠੀਕ ਹੈ ਜੀ। ਉਦੋਂ ਬਾਅਦ ਜੇ ਇੱਕ ਲੜਾਈ ਹੋਰ ਹੋਣੀ ਆ। ਜਿਹੜੇ ਜਿੱਤ ਗਏ ਇਹਨਾਂ ਨੇ ਆਪ ਦੇ ਵਿੱਚੋਂ ਪ੍ਰਧਾਨਗੀਆਂ ਵਾਸਤੇ ਲੜਨਾ। ਹਾਂਜੀ ਹਾਂਜੀ, ਬਿਲਕੁਲ। ਪ੍ਰਧਾਨ ਕੌਣ, ਮੇਅਰ ਬਣਾਉਣੇ ਹਲੇ। ਹਾਂ, ਮੇਅਰ ਕੌਣ ਬਣੂਗਾ, ਛੋਟੇ ਪੰਚਾਇਤਾਂ ਦੇ ਵਿੱਚ, ਨਗਰ ਪੰਚਾਇਤਾਂ 'ਚ ਪ੍ਰਧਾਨ ਕੌਣ ਬਣੂਗਾ, ਸੀਨੀਅਰ ਮੀਤ ਪ੍ਰਧਾਨ ਕੌਣ ਹੋਊਗਾ, ਮੀਤ ਪ੍ਰਧਾਨ ਕੌਣ ਹੋਊਗਾ, ਇਦਾਂ ਦੇ ਉਹਦੇ ਕ੍ਰੀਏਟ ਕੀਤੇ ਜਾਂਦੇ ਆ। ਉਹ ਫਿਰ ਐਮਐਲਏ ਜਿਹੜੇ ਹੁੰਦੇ ਆ ਉਹ ਵਿੱਚ ਦਖਲਅੰਦਾਜ਼ੀ ਕਰਦੇ ਆ, ਕਿਉਂਕਿ ਉਹ ਸਾਰਿਆਂ ਨੂੰ ਉਹਨਾਂ ਨੇ ਆਪਦੇ ਹੱਥ ਹੇਠ ਰੱਖਣਾ ਹੁੰਦਾ। ਅਜੇ ਮਹੀਨਾ 2 ਮਹੀਨੇ ਇਸੇ ਹੀ ਖੱਪ ਚਿੰਡ ਵਿੱਚ ਹੀ ਨਿਕਲ ਜਾਣਾ, ਕਸ਼ਮਕਸ਼ ਚੱਲਦੇ ਰਹਿਣਾ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇ ਤੁਹਾਨੂੰ ਲੋਕਾਂ ਨੇ, ਤੁਸੀਂ ਸਮਝਦੇ ਹੋ ਕਿ ਸਾਨੂੰ ਲੋਕਾਂ ਨੇ ਜਿਤਾਇਆ, ਤੁਹਾਡੇ ਗਲਾਂ 'ਚ ਹਾਰ ਪਾਏ, ਅੱਜ ਤੁਹਾਡੇ ਘਰਾਂ ਦੇ ਮੂਹਰੇ ਢੋਲ ਵੱਜੇ ਆ, ਤੁਸੀਂ ਪਾਰਟੀਆਂ ਵੀ ਕੀਤੀਆਂ, ਤੁਹਾਨੂੰ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਮੈਨੂੰ ਵੋਟਾਂ ਪਾਈਆਂ, ਤੁਸੀਂ ਮੇਰੇ ਤੇ ਯਕੀਨ ਕੀਤਾ, ਮੇਰੇ ਤੇ ਟਰਸਟ ਕੀਤਾ, ਮੇਰੇ ਤੇ ਮਾਣ ਕੀਤਾ। ਜੇ ਭਾਈ ਲੋਕਾਂ ਨੇ ਮਾਣ ਕੀਤਾ ਤੇ ਮਾਣ ਰੱਖੋ, ਅਗਲਾ ਵੀ ਰੱਖੋ, ਮਾਣ ਰੱਖਣਾ ਵੀ ਤੁਹਾਨੂੰ ਚਾਹੀਦਾ। ਮਾਣ ਕੀ ਮੰਗਦੇ ਲੋਕੀ? ਮਾਣ ਲੋਕੀ ਇਹ ਮੰਗਦੇ ਆ ਕਿ ਸਾਡੇ ਸ਼ਹਿਰ ਦਾ, ਸਾਡੇ ਨਗਰ ਦਾ ਵਿਕਾਸ ਹੋਵੇ, ਉੱਥੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਹੋਵੇ, ਸਾਫ਼ ਪੀਣ ਵਾਲਾ ਪਾਣੀ ਲੋਕਾਂ ਨੂੰ ਮਿਲੇ, ਉੱਥੇ ਸਾਫ਼ ਸਫਾਈ ਦਾ ਪ੍ਰਬੰਧ ਹੋਵੇ। ਉੱਥੇ ਛੋਟੀਆਂ ਛੋਟੀਆਂ ਲੋਕਾਂ ਦੀਆਂ ਬਹੁਤ ਮੁਸ਼ਕਲਾਂ ਹੁੰਦੀਆਂ, ਜਿਨ੍ਹਾਂ ਨੂੰ ਤੁਸੀਂ ਇੱਕ ਪੰਚਾਇਤੀ ਹੁੰਦਿਆਂ ਹੋਇਆ, ਤੁਸੀਂ ਪੰਚਾਇਤੀ ਹੋ, ਉਹਨਾਂ ਦੇ ਲੋਕਾਂ ਦੇ ਆਗੂ ਬਣੇ ਹੋ, ਤੁਸੀਂ ਪੰਚਾਇਤੀ ਹੁੰਦਿਆਂ ਹੋਇਆ ਉਹਨਾਂ ਦੀਆਂ ਗੱਲਾਂ ਸੁਣੋ, ਉਹਨਾਂ ਦੀਆਂ ਸ਼ਿਕਾਇਤਾਂ ਸੁਣੋ, ਉਹਨਾਂ ਨੂੰ ਦੂਰ ਕਰੋ। ਜੇ ਲੋਕੀ ਨਹੀਂ ਵੀ ਸ਼ਿਕਾਇਤ ਕਰਦੇ, ਲੋਕਾਂ ਦੇ ਲੈਵਲ ਦਾ ਵੀ ਕਸੂਰ ਹੁੰਦਾ, ਲੋਕੀ ਸ਼ਿਕਾਇਤ ਕਰਦੇ ਹੀ ਨਹੀਂ। ਉਹ ਕਹਿੰਦੇ ਯਾਰ ਇਹ ਆਪੇ ਕਰ ਕੁੱਟ ਲੈਣਗੇ, ਮੈਨੂੰ ਕਿਹੜਾ ਜਾਵੇ ਇਹਨਾਂ ਨੂੰ ਕਹਿਣ ਵਾਸਤੇ। ਤੇ ਫਰਜ਼ ਬਣਦਾ ਕਿ ਤੁਸੀਂ ਆਪਣੇ ਵਾਰਡ ਵਿੱਚ, ਜਿਨ੍ਹਾਂ ਵਾਰਡ ਤੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ, ਕਿਸੇ ਨੇ ਪਾਈ ਜਾਂ ਨਹੀਂ ਪਾਈ, ਉਹ ਕੁਛ ਨੇ ਵਿਰੋਧ ਵੀ ਕੀਤਾ ਹੋਊਗਾ, ਹੋ ਸਕਦਾ ਕੋਈ 500 ਵੋਟ ਦੀ ਮਾਰਜਨ ਤੇ ਜਿੱਤ ਗਿਆ ਹੋਵੇ, ਕੋਈ 5 ਦੇ ਜਿੱਤਿਆ ਹੋਵੇ। ਇਹਦਾ ਮਤਲਬ ਜਿਹੜੇ 5 ਦੇ ਮਾਰਜਨ ਤੇ ਜਿੱਤਿਆ ਵਾ ਜਾਂ 50 ਦੇ ਮਾਰਜਨ ਤੇ ਜਿੱਤਿਆ, ਤੇ ਉਹਦਾ ਮਤਲਬ ਵੀ ਫਸਵਾਂ ਮੁਕਾਬਲਾ ਸੀਗਾ। ਜੇ ਤੁਸੀਂ ਸੋਚੋ ਜੀ ਮੈਨੂੰ ਤਾਂ ਫਸਵਾਂ ਮੁਕਾਬਲੇ ਤੇ ਮਸਾਂ ਹੀ ਮੈਂ ਜਿੱਤਿਆ ਤੇ ਮੈਂ ਤਾਂ ਕੰਮ ਹੀ ਨਹੀਂ ਕਰਨਾ ਕੋਈ, ਇਹ ਬਹੁਤ ਵੱਡਾ ਧੱਕਾ ਤੁਹਾਡਾ ਆਮ ਲੋਕਾਂ ਨਾਲ ਹੋਊਗਾ, ਆਮ ਲੋਕਾਂ ਨਾਲ ਬੇਇਨਸਾਫੀ ਹੋਊਗੀ, ਔਰ ਉਹਨਾਂ ਨੂੰ ਤੁਸੀਂ ਇਨਸਾਫ ਨਹੀਂ ਦਵਾ ਰਹੇ ਹੋਗੇ।
ਕੰਮ ਤੁਹਾਨੂੰ ਸਾਰਿਆਂ ਦੇ ਕਰਨੇ ਪੈਣਗੇ। ਆਪ ਆ ਕੇ ਦੇਖੋ, ਲੋਕਾਂ ਨੂੰ ਪੁੱਛੋ ਵੀ ਮੇਰੇ ਕੋਲੋਂ ਕਿਹੜਾ ਤੁਸੀਂ ਕੰਮ ਐਕਸਪੈਕਟ ਕਰਦੇ ਆ, ਮੇਰੇ ਤੋਂ ਤੁਹਾਨੂੰ ਕੀ ਉਮੀਦ ਆ, ਉਹ ਕੰਮ ਕਰਨਾ ਚਾਹੀਦਾ ਹੈ। ਔਰ ਜੇ ਤੁਸੀਂ ਕੰਮ ਕਰੋਗੇ ਤੇ ਆਪਦੇ ਦਰਵਾਜ਼ੇ ਖੁੱਲੇ ਰੱਖੋਗੇ, ਆਪਦੇ ਰਸਤੇ ਜਿਹੜੇ ਆ ਉਹ ਅੱਗੇ ਅਗਲੇਰੀ ਮੰਜ਼ਿਲ ਵਾਸਤੇ ਵੀ ਤੁਸੀਂ ਵੱਧ ਸਕਦੇ ਆ, ਨਹੀਂ ਤੇ ਲੋਕੀ ਬੈਕ ਗੇਅਰ ਝੱਟ ਲਾਉਂਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ, ਸਾਡੇ ਦਰਸ਼ਕਾਂ ਨੂੰ ਨਵੀਆਂ ਜਾਣਕਾਰੀਆਂ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਥੈਂਕ ਯੂ। ਇਹ ਸਨ ਸਰਦਾਰ MP ਸਿੰਘ ਜੀ, ਤੇ ਨਵੀਆਂ ਜਾਣਕਾਰੀਆਂ ਦੇ ਲਈ ਅਸੀਂ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸਾਨੂੰ ਤੁਸੀਂ ਦਿਓ ਆਗਿਆ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।